Hello guys, in this video we will discuss various journal entries to be passed at the time of dissolution of a firm. First of all, you must know the meaning of dissolution of partnership and dissolution of firm. First of all, what do you mean by dissolution of a partnership? Dissolution of a partnership ਕਿਹੜੀ ਹੁੰਦੀ ਆ ਜਿਸ ਕੇਸ ਦੇ ਵਿੱਚ ਕੋਈ ਵੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੋਵੇ, ਕੋਈ ਵੀ ਨਿਊ ਪਾਰਟਨਰ ਐਡਮਿਟ ਹੋਇਆ ਹੋਵੇ, ਕੋਈ ਵੀ ਪੁਰਾਣੇ ਪਾਰਟਨਰ ਦੀ ਰਿਟਾਇਰਮੈਂਟ ਹੋਈ ਹੋਵੇ ਜਾਂ ਡੈਥ ਹੋਈ ਹੋਵੇ, ਠੀਕ ਹੈ, ਉਹ ਸਾਰੇ ਕੇਸਿਸ ਕੀ ਹੈ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਦੇ। ਇਹਦਾ ਮਤਲਬ ਕਿ ਜਦੋਂ ਵੀ ਕੋਈ ਨਵਾਂ ਐਗਰੀਮੈਂਟ ਪਾਰਟਨਰਸ ਦੇ ਵਿੱਚ ਬਣੂਗਾ ਉਹਨੂੰ ਆਪਾਂ ਕਹਾਂਗੇ ਡਿਸੋਲੂਸ਼ਨ ਆਫ ਪਾਰਟਨਰਸ਼ਿਪ। ਪਰ ਡਿਸੋਲੂਸ਼ਨ ਆਫ ਫਰਮ ਕੀ ਆ? ਡਿਸੋਲੂਸ਼ਨ ਆਫ ਫਰਮ ਦਾ ਮਤਲਬ ਕੀ ਆ ਕਿ ਜਦੋਂ ਫਰਮ ਨੂੰ ਆਪਾਂ ਬੰਦ ਕਰਕੇ ਉਹਦੇ ਐਸੈਟਸ ਨੂੰ ਸੇਲ ਕਰ ਦਿੰਦੇ ਆ, ਉਹਦੇ ਲਾਇਬਿਲਿਟੀਜ਼ ਪੇ ਕਰ ਦਿੰਦੇ ਆ, ਅਤੇ ਜਿੰਨਾ ਵੀ ਅਮਾਊਂਟ ਬੈਲੈਂਸ ਬਚਦਾ ਉਹ ਪਾਰਟਨਰਸ ਦੇ ਵਿੱਚ ਡਿਸਟਰੀਬਿਊਟ ਹੋ ਜਾਂਦਾ। ਕਲੀਅਰ? ਸੋ ਨਾਓ ਲੈਟਸ ਸਟਾਰਟ ਵਿਦ ਦ ਜਰਨਲ ਐਂਟਰੀਜ਼ to be passed at the time of a dissolution. First entry we need to pass for transferring the assets. ਜਿੰਨੇ ਵੀ ਸਾਡੀ ਬੈਲੈਂਸ ਸ਼ੀਟ ਦੇ ਵਿੱਚ ਐਸੈਟਸ ਹੁੰਦੇ ਆ, ਜਿੰਨੇ ਵੀ ਫਰਮ ਦੇ ਐਸੈਟਸ ਆ ਉਹਨਾਂ ਨੂੰ ਬੁੱਕ ਵੈਲਿਊ 'ਤੇ ਪਹਿਲਾਂ ਟ੍ਰਾਂਸਫਰ ਕਰਨਾ ਆਪਾਂ ਡਿਸੋਲੂਸ਼ਨ ਅਕਾਊਂਟ। ਉਹਦੇ ਲਈ ਆਪਾਂ ਇੱਕ ਅਕਾਊਂਟ ਓਪਨ ਕਰਦੇ ਹਾਂ, ਰੀਅਲਾਈਜੇਸ਼ਨ ਅਕਾਊਂਟ। ਸੋ ਦ ਐਂਟਰੀ ਵਿਲ ਬੀ ਰੀਅਲਾਈਜੇਸ਼ਨ ਅਕਾਊਂਟ ਡੈਬਿਟ ਟੂ ਐਸੈਟਸ ਅਕਾਊਂਟ। ਜਿੰਨੇ ਵੀ ਐਸੈਟਸ ਆ ਉਹਨਾਂ ਦਾ ਡੈਬਿਟ ਬੈਲੈਂਸ ਹੁੰਦਾ ਉਹਨਾਂ ਨੂੰ ਆਪਾਂ ਟ੍ਰਾਂਸਫਰ ਕਰਨਾ ਅਤੇ ਉਹਦੇ ਲਈ ਉਹਨਾਂ ਨੂੰ ਕਰਾਂਗੇ ਕ੍ਰੈਡਿਟ ਐਟ ਦੇਅਰ ਬੁੱਕ ਵੈਲਿਊ। ਫੋਰ ਐਗਜ਼ਾਮਪਲ, ਜਿੱਦਾਂ ਬੈਲੈਂਸ ਸ਼ੀਟ ਸਾਨੂੰ ਪ੍ਰੋਵਾਈਡਡ ਆ, ਇਹਦੇ ਵਿੱਚ ਜਿੰਨੇ ਵੀ ਐਸੈਟਸ ਆ ਮਸ਼ੀਨਰੀ, ਫਰਨੀਚਰ, ਸਟਾਕ, ਸੈਂਟਰੀ ਡੈਟਰ, ਕੈਸ਼, ਠੀਕ ਹੈ, ਕੈਸ਼ ਨੂੰ ਛੱਡ ਕੇ ਜਿੰਨੇ ਵੀ ਐਸੈਟਸ ਆ, ਕੈਸ਼ ਐਂਡ ਬੈਂਕ ਨੂੰ ਛੱਡ ਕੇ ਜਿੰਨੇ ਵੀ ਐਸੈਟਸ ਆ ਉਹਨਾਂ ਨੂੰ ਆਪਾਂ ਬੁੱਕ ਵੈਲਿਊ 'ਤੇ ਟ੍ਰਾਂਸਫਰ ਕਰ ਦੇਣਾ ਰੀਅਲਾਈਜੇਸ਼ਨ ਅਕਾਊਂਟ 'ਚ। ਸੋ ਦਾ ਐਂਟਰੀ ਵਿਲ ਬੀ ਰੀਅਲਾਈਜੇਸ਼ਨ ਅਕਾਊਂਟ ਡੈਬਿਟ to assets account. And what about the entry for the fictitious asset? ਜੇ ਸਾਡੇ ਕੋਈ fictitious asset ਹੋਵੇ like advertisement, suspense account, preliminary expenses account, ਠੀਕ ਹੈ, ਔਰ profit and loss on asset side, ਉਹ ਵਾਲੇ assets ਨੂੰ fictitious assets ਨੂੰ ਆਪਾਂ ਕਿੱਦਾਂ ਰਾਈਟ ਆਫ ਕਰਨਾ ਵਾ? ਜਿੱਦਾਂ ਨੋਰਮਲੀ ਪਹਿਲਾਂ ਆਪਾਂ ਜਨਰਲ ਐਂਟਰੀਜ਼ ਪਾਉਂਦੇ ਸੀ ਸੇਮ ਉਸੇ ਤਰ੍ਹਾਂ partners capital account will be debited to fictitious asset and the amount of fictitious asset will be distributed in the profit sharing ratio of partners capital account. Next journal entry for transferring the liabilities. ਜਿੰਨੀਆਂ ਵੀ outsider liabilities ਆ, outsider liabilities ਜਿਹੜੀਆਂ ਪਾਰਟਨਰਸ ਦੀਆਂ ਨਹੀਂ ਹੁੰਦੀਆਂ, ਠੀਕ ਹੈ, ਜਿੱਦਾਂ ਪਾਰਟਨਰਸ ਦੀ ਕੈਪੀਟਲ ਅਤੇ ਜਨਰਲ ਸਾਹਿਬ ਅਤੇ ਇੰਪਲੋਈ ਪ੍ਰੋਵੀਡੈਂਟ ਜਨਰਲ ਸਾਹਿਬ, ਇਹ ਹੈਗੇ ਫਰਮ ਦੇ ਇਨਸਾਈਡਰ ਲਾਇਬਿਲਿਟੀਜ਼। ਆਊਟਸਾਈਡਰ ਕਿਹੜੀਆਂ? ਜਿੱਦਾਂ ਕ੍ਰੈਡੀਟਰਸ ਦੀ ਹੋ ਗਈ ਅਤੇ EPF ਹੋ ਗਿਆ, ਠੀਕ ਹੈ, ਇਹ ਆਊਟਸਾਈਡਰ ਦੀਆਂ ਜਿਹੜੀਆਂ ਫਰਮ ਨੇ ਬਾਹਰਲੇ ਬੰਦਿਆਂ ਨੂੰ ਪੇ ਕਰਨੀਆਂ, ਅਤੇ ਇਹਨਾਂ ਨੂੰ ਆਪਾਂ ਟ੍ਰਾਂਸਫਰ ਕਰ ਦੇਣਾ। ਜਨਰਲ ਐਂਟਰੀ ਆਊਗੀ ਕ੍ਰੈਡੀਟਰਸ ਅਕਾਊਂਟ EPF ਟੂ ਰੀਅਲਾਈਜੇਸ਼ਨ, ਕਲੀਅਰ, ਔਰ ਕ੍ਰੈਡੀਟਰਸ ਬਿਲਸ ਪੇਬਲ ਟੂ ਰੀਅਲਾਈਜੇਸ਼ਨ। ਨੈਕਸਟ ਐਂਟਰੀ ਫॉर ਸੇਲ ਆਫ ਐਸੈਟਸ। ਜਿੰਨੇ ਵੀ ਐਸੈਟਸ ਆ ਜਿਹੜੀ ਵੈਲਿਊ 'ਤੇ ਆਪਾਂ ਸੇਲ ਕਰਾਂਗੇ ਉਹਦੀ ਐਂਟਰੀ ਪੈ ਜਾਣੀ ਬੈਂਕ ਅਕਾਊਂਟ ਔਰ ਕੈਸ਼ ਅਕਾਊਂਟ ਟੂ ਰੀਅਲਾਈਜੇਸ਼ਨ। ਇਹਨੂੰ ਆਪਾਂ ਬੈਂਕ ਨਾਲ ਵੀ ਪਾ ਸਕਦੇ ਹਾਂ ਜਾਂ ਕੈਸ਼ ਅਕਾਊਂਟ ਨਾਲ ਵੀ ਰਿਕਾਰਡ ਕਰ ਸਕਦੇ ਹਾਂ। ਨੋਮੀਨਲ ਰੀਅਲ ਅਕਾਊਂਟ ਦਾ ਰੂਲ ਅਪਲਾਈ ਹੋਊਗਾ, ਡੈਬਿਟ ਵਟ ਕਮਸ ਇਨ ਕੈਸ਼ ਐਂਡ we will credit the realization account. For asset taken over by partner, ਜੇ ਕੋਈ ਪਾਰਟਨਰ ਐਗਜ਼ਿਸਟਿੰਗ ਪਾਰਟਨਰ ਕੋਈ ਵੀ ਐਸੈਟ ਟੇਕਨ ਓਵਰ ਕਰ ਲਵੇ ਫਿਰ ਉਹਦੇ 'ਚ ਕੀ ਹੈ ਕੈਸ਼ ਜਾਂ ਬੈਂਕ ਰਿਪਲੇਸ ਹੋ ਜਾਊਗਾ ਪਾਰਟਨਰ ਦੇ ਨੇਮ ਦੇ ਨਾਲ। ਪਾਰਟਨਰਸ ਕੈਪੀਟਲ ਅਕਾਊਂਟ ਵਿਲ ਬੀ ਡੈਬਿਟਡ ਟੂ ਰੀਅਲਾਈਜੇਸ਼ਨ ਅਕਾਊਂਟ ਐਟ ਐਗਰੀਡ ਪ੍ਰਾਈਸ, ਜਿੰਨੇ ਵੀ ਪ੍ਰਾਈਸ 'ਤੇ ਉਹਨੇ ਐਗਰੀ ਕੀਤਾ ਟੇਕਨ ਓਵਰ ਕਰਨ ਲਈ। ਫॉर ਪੇਮੈਂਟ ਟੂ ਕ੍ਰੈਡੀਟਰਸ, ਜੇ ਆਪਾਂ ਕ੍ਰੈਡੀਟਰਸ ਨੂੰ ਪੇਮੈਂਟ ਕਰਨੀ ਆ ਜਾਂ ਆਊਟਸਾਈਡਰ ਲਾਇਬਿਲਿਟੀਜ਼ ਨੂੰ ਪੇਮੈਂਟ ਕਰਨੀ ਆ ਉਹਦੇ ਲਈ ਐਂਟਰੀ ਕੀ ਹੋਊਗੀ ਰੀਅਲਾਈਜੇਸ਼ਨ ਟੂ ਬੈਂਕ ਔਰ ਟੂ ਕੈਸ਼ ਅਕਾਊਂਟ, ਠੀਕ ਹੈ। ਸੇਮ ਰੀਅਲ ਅਕਾਊਂਟ ਦਾ ਰੂਲ, credit what goes out, cash is going out, so cash will be credited and realization account will be debited. Clear? Move to next entry. Settlement
विद द क्रेडिटर्स थ्रू ट्रांसफर ऑफ एसेट। मोस्ट इंपोर्टेंट एंट्री आ, ठीक है, बोर्ड के एग्जाम्स के बहुत बारी ये एंट्रीज रिपीट होंदियां। सैटलमेंट ऑफ क्रेडिटर्स, फॉर एग्जाम्पल अ क्रेडिटर टू होम रुपीज़ 10,000 was due accepted office equipment worth rupees 8,000, he will be paid 2,000 in cash। 10,000 ਦਾ ਸਾਡੇ ਕ੍ਰੈਡੀਟਰ ਸੀ ਉਹਨਾਂ ਨੂੰ, ਠੀਕ ਹੈ, ਆਪਾਂ 8,000 ਦਾ ਇਕਵਿਪਮੈਂਟ ਟ੍ਰਾਂਸਫਰ ਕਰਤਾ ਤੇ ਜਿਹੜਾ ਬਾਕੀ ਬੈਲੈਂਸ ਬਚਿਆ 2,000 ਦਾ ਉਹ ਆਪਾਂ ਉਹਨਾਂ ਨੂੰ ਕੈਸ਼ ਵਿੱਚ ਪੇ ਕਰਾਂਗੇ, ਠੀਕ ਹੈ। ਤੇ ਸਿਰਫ ਆਪਾਂ ਐਂਟਰੀ ਕਿਹੜੀ ਪਾਣੀ ਹੈ, ਜਿੰਨਾ ਆਪਾਂ ਉਹਨਾਂ ਨੂੰ ਕੈਸ਼ ਪੇ ਕੀਤਾ। ਲਾਇਬਿਲਿਟੀ ਤੇ ਐਸੈਟਸ ਮਿਊਚੁਅਲੀ ਸੈਟਲ ਹੋ ਗਏ 8,000, ਠੀਕ ਹੈ, ਇਨ ਐਕਸਚੇਂਜ ਆਫ 8,000 ਇਹ ਸੈਟਲ ਹੋ ਗਿਆ। ਤੇ ਜਿਹੜਾ ਬਾਕੀ ਬੈਲੈਂਸ ਹੈ 2,000 ਉਹਦੀ ਆਪਾਂ ਪੇਮੈਂਟ ਕਰ ਦੇਣੀ ਹੈ। ਰਿਅਲਾਈਜੇਸ਼ਨ ਅਕਾਊਂਟ ਡੈਬਿਟ ਟੂ ਬੈਂਕ ਅਕਾਊਂਟ। when a creditor accepts an asset whose value is more than the amount due to him, he will pay cash। ਜੇ ਕੋਈ ਐਸੈਟ ਟੇਕਨ ਓਵਰ ਕੀਤਾ ਹੋਵੇ ਕਿਸੇ ਕ੍ਰੈਡੀਟਰ ਨੇ ਪਰ ਉਹਦੀ ਵੈਲਿਊ ਜਿਹੜੀ ਉਹਦੀ ਡੈਟ ਤੋਂ ਜ਼ਿਆਦਾ ਵਾ, ਫੋਰ ਐਗਜ਼ਾਮਪਲ, ਠੀਕ ਹੈ, ਆਹੀ ਵਾਲੀ ਐਗਜ਼ਾਮਪਲ ਲੈ ਲੈਣੇ। ਇਹਦੇ ਵਿੱਚ ਕ੍ਰੈਡੀਟਰ ਸੀ 10,000 ਦਾ, ਇਕਵਿਪਮੈਂਟ ਸੀ 8,000 ਦਾ। ਹੁਣ ਇੱਥੇ ਡੈਟ ਉਹਦਾ ਜਿਹੜਾ ਹੈਗਾ ਕ੍ਰੈਡੀਟਰ ਦਾ ਉਹ ਹੈਗਾ 10,000 ਦਾ, ਪਰ ਜਿਹੜਾ ਇਕਵਿਪਮੈਂਟ ਦੀ ਵੈਲਿਊ ਆ ਉਹ ਹੈਗੀ 15,000। ਹੁਣ 5,000 ਰੁਪਏ ਜਿਹੜਾ ਜ਼ਿਆਦਾ ਆ ਰਿਹਾ ਇਹਦੇ ਵਿੱਚ, 5,000 ਦੀ ਵੈਲਿਊ ਜਿਹੜੀ ਜ਼ਿਆਦਾ ਆ ਰਹੀ ਆ ਉਹ ਆਪਾਂ ਉਹਦੇ ਕੋਲ ਚਾਰਜ ਕਰਨਾ। ਸੋ ਵੀ ਵਿਲ ਰਿਸੀਵ ਬੈਂਕ ਅਕਾਊਂਟ ਟੂ ਰਿਅਲਾਈਜੇਸ਼ਨ ਅਕਾਊਂਟ ਵਿਦ ਰੁਪੀਜ਼ 5,000। 10,000 ਨੂੰ ਐਡਜਸਟ ਕਰਤਾ ਐਂਡ ਜਿਹੜਾ 5,000 ਦਾ ਬੈਲੈਂਸ ਆ ਉਹ ਆਪਾਂ ਇਹਦੇ ਵਿੱਚ ਰਿਸੀਵ ਕਰ ਲੈਣਾ। ਸੈਕੰਡ ਕੇਸ ਕੀ ਹੈ, ਵੈਨ ਕ੍ਰੈਡੀਟਰ ਅਸੈਪਟ ਐਜ਼ ਅ ਫੁੱਲ ਐਂਡ ਫਾਈਨਲ ਸੈਟਲਮੈਂਟ। ਜੇ ਕੋਈ ਕ੍ਰੈਡੀਟਰ ਜਦੋਂ ਆਪਣੀ ਐਸੈਟ ਨੂੰ ਟੇਕਨ ਓਵਰ ਕਰਦਾ ਵਾ, ਜਾਂ ਮਤਲਬ ਕਿ ਉਹਨੂੰ ਆਪਾਂ ਐਸੈਟ ਟ੍ਰਾਂਸਫਰ ਕਰਦੇ ਹਾਂ ਪਰ ਉਹ ਉਹਦੀ ਐਕਸੈਸ ਪੇਮੈਂਟ ਦੇਣ ਲਈ ਤਿਆਰ ਨਹੀਂ ਆ, ਉਹਨੂੰ ਫੁੱਲ ਸੈਟਲਮੈਂਟ ਦੇ ਵਿੱਚ ਲੈਂਦਾ। ਫੋਰ ਐਗਜ਼ਾਮਪਲ ਇਹੀ 10,000 ਦੀ ਇਹਦੀ ਵੈਲਿਊ ਇਹਦੀ 15,000 ਦੀ, ਬਟ ਕ੍ਰੈਡੀਟਰਸ ਅਸੈਪਟ ਇਕਵਿਪਮੈਂਟ ਐਜ਼ ਫੁੱਲ ਐਂਡ ਫਾਈਨਲ ਸੈਟਲਮੈਂਟ, ਇਹਨੂੰ ਫੁੱਲ ਫਾਈਨਲ ਸੈਟਲਮੈਂਟ ਦੇ ਲਈ ਦਿੰਦਾ। ਫਿਰ 5,000 ਸਾਨੂੰ ਨਹੀਂ ਮਿਲੂਗਾ ਤੇ ਆਪਾਂ 5,000 ਦੀ ਐਂਟਰੀ ਨਹੀਂ ਪਾਵਾਂਗੇ, ਠੀਕ ਹੈ। ਇਨ ਦੈਟ ਕੇਸ ਵੀ ਵਿਲ ਪਾਸ नो जर्नल एंट्री, ਉਹਦੇ ਚ ਆਪਾਂ ਐਂਟਰੀ ਨਹੀਂ ਪਾਣੀ। ਕਲੀਅਰ। ਨੈਕਸਟ ਮੋਸਟ ਇੰਪੋਰਟੈਂਟ ਕੇਸ ਇਜ਼ ਐਕਸਪੈਂਸਿਸ ਆਫ ਰਿਅਲਾਈਜੇਸ਼ਨ। ਫਸਟ ਆਫ ਆਲ ਦ ਬੇਸਿਕ ਕੇਸ ਵੈਨ ਰਿਅਲਾਈਜੇਸ਼ਨ ਐਕਸਪੈਂਸਿਸ ਆਰ ਪੇਡ ਬਾਈ ਫਰਮ। ਜਦੋਂ ਫਰਮ ਐਕਸਪੈਂਸਿਸ ਪੇ ਕਰੋਗੇ ਸਿੰਪਲੀ ਕੈਸ਼ ਇਜ਼ ਗੋਇੰਗ ਆਊਟ, ਸੋ we will credit bank or cash account and realization account will be debited with respective expenses। जितना भी expenses amount होगा वो debit ਤੇ credit side ਤੇ record होगा। Next case when the firm agree to pay a partner a fixed amount towards the realization expenses irrespective of the actual realization expenses। ਇਹਦੇ 'ਚ ਕੀ ਆ, ਕੋਈ ਪਾਰਟਨਰ ਆ ABC, ਠੀਕ ਹੈ, ਉਹਦੇ ਵਿੱਚੋਂ ਇੱਕ ਪਾਰਟਨਰ ਕਹਿੰਦਾ ਕਿ ਸਾਰਾ ਡਿਸੋਲੂਸ਼ਨ ਦੀ ਜਿੰਨੀ ਵੀ ਐਕਟੀਵਿਟੀਜ਼ ਆ ਉਹ ਸਾਰੀਆਂ ਮੈਂ ਦੇਖੂੰਗਾ, ਠੀਕ ਆ, ਉਹ ਸਾਰੀਆਂ ਮਤਲਬ ਕਿ ਉਹਦੀ ਕਸਟਡੀ 'ਚ ਆ ਗਈਆਂ। ਫਿਰ ਉਹਦੇ ਲਈ ਉਹ ਜਿਹੜਾ ਹੈਗਾ ਕਹਿੰਦਾ ਕਿ ਮੈਂ ਇੰਨਾ ਅਮਾਊਂਟ ਚਾਰਜ ਕਰਨਾ, ਜਾਂ ਫਰਮ ਇੱਕ ਐਗਰੀ ਕਰ ਲੈਂਦੇ, ਜਿੱਦਾਂ ਉਹਨੇ ਕਹਿਤਾ, ਫਰਮ ਨੇ ਕਹਿਤਾ ਕਿ ਤੈਨੂੰ 5,000 ਰੁਪੀਜ਼ ਦੇਵਾਂਗੇ, ਪਰ ਜਿਹੜੇ ਰਿਅਲਾਈਜੇਸ਼ਨ ਦੇ ਐਕਸਪੈਂਸਿਸ ਸੀਗੇ ਉਹ ਸੀਗੇ 8,000 ਦੇ। ਪਰ ਜਿੰਨਾ ਆਪਾਂ ਐਗਰੀਮੈਂਟ ਕੀਤਾ ਸਿਰਫ ਓਨੇ ਹੀ ਅਮਾਊਂਟ ਦੀ ਆਪਾਂ ਜਰਨਲ ਐਂਟਰੀ ਪਾਣੀ ਆ। ਸੋ ਐਂਟਰੀ ਵਿਲ ਬੀ ਰਿਅਲਾਈਜੇਸ਼ਨ ਅਕਾਊਂਟ ਟੂ ਪਾਰਟਨਰਸ ਕੈਪੀਟਲ ਅਕਾਊਂਟ। ਇਹਦੇ 'ਚ ਕੈਸ਼ ਦੀ ਜਗ੍ਹਾ 'ਤੇ ਪਾਰਟਨਰ ਦਾ ਕੈਪੀਟਲ ਅਕਾਊਂਟ ਆ ਜਾਣਾ। ਰੀਜ਼ਨ ਕੀ ਆ, ਕਿਉਂਕਿ ਆਪਾਂ ਪਾਰਟਨਰ ਦੇ ਨਾਲ ਐਗਰੀਮੈਂਟ ਕੀਤਾ ਹੋਇਆ। ਵੈਨ ਦ ਐਕਚੁਅਲ ਐਕਸਪੈਂਸਿਸ ਆਰ ਪੇਡ ਬਾਈ ਦ ਫਰਮ ਔਨ ਬਿਹਾਫ ਆਫ ਪਾਰਟਨਰ। ਜੇ ਆਪਾਂ ਪਾਰਟਨਰ ਦੇ ਬਿਹਾਫ 'ਤੇ ਕੋਈ ਐਕਸਪੈਂਸ ਪੇ ਕਰਦੇ ਪਏ ਆ, ਜੇ ਫਰਮ ਕੋਈ ਪਾਰਟਨਰ ਦਾ ਖਰਚਾ ਬੇਅਰ ਕਰਦੀ ਪਈ ਆ, ਫਿਰ ਕੀ ਐਂਟਰੀ ਹੋਊਗੀ। ਇਸ ਕੇਸ 'ਚ ਵੀ ਵਿਲ ਪਾਸ ਜਰਨਲ ਐਂਟਰੀ ਪਾਰਟਨਰਸ ਕੈਪੀਟਲ ਅਕਾਊਂਟ ਟੂ ਬੈਂਕ। ਆਪਾਂ ਟਰੀਟ ਕਰਾਂਗੇ ਕਿ ਪਾਰਟਨਰ ਨੂੰ ਪੇਮੈਂਟ ਕੀਤੀ ਆ, ਸੋ ਉਹਦਾ ਅਕਾਊਂਟ ਡੈਬਿਟ ਕਰਾਂਗੇ ਐਂਡ ਬੈਂਕ ਔਰ ਕੈਸ਼ ਅਕਾਊਂਟ ਵਿਲ ਬੀ ਕ੍ਰੈਡਿਟਡ। ਹਾਊਐਵਰ ਇਫ ਅ ਪਾਰਟਨਰ ਹਿਮਸੈਲਫ ਪੇਜ਼ ਐਂਡ ਐਗਰੀਡ ਨੋਟ ਟੂ ਗੈਟ ਰੀਇੰਬਰਸ। ਜੇ ਪਾਰਟਨਰ ਆਪਣੇ ਬਿਹਾਫ 'ਤੇ ਕੋਈ ਖਰਚਾ ਪੇ ਕਰਦਾ ਪਿਆ ਤੇ ਉਹਦੇ ਲਈ ਉਹਨੂੰ ਕੋਈ ਵੀ ਰੀਇੰਬਰਸਮੈਂਟ ਐਗਰੀ ਨਹੀਂ ਹੁੰਦੀ। ਰੀਇੰਬਰਸਮੈਂਟ ਮਤਲਬ ਕਿ ਕੋਈ ਵੀ ਜਿਹੜੀ ਪੇਮੈਂਟ ਆ ਆਪਾਂ ਐਗਰੀ ਨਹੀਂ ਕਰਦੇ ਉਹਨੂੰ ਪੇ ਕਰਨ ਦੀ, ਉਸ ਕੇਸ ਦੇ ਵਿੱਚ ਕੋਈ ਵੀ ਜਰਨਲ ਐਂਟਰੀ ਨਹੀਂ ਪੈਣੀ। ਵੈਨ ਦਾ ਪਾਰਟਨਰ ਐਗਰੀ ਟੂ ਪੇ ਦ ਐਕਸਪੈਂਸਿਸ ਔਨ ਬਿਹਾਫ ਆਫ ਫਰਮ। ਜੇ ਫਰਮ ਦੇ ਬਿਹਾਫ 'ਤੇ ਪਾਰਟਨਰ ਪੇ ਕਰੂਗਾ, ਪਾਰਟਨਰ ਦੇ ਕੈਪੀਟਲ ਅਕਾਊਂਟ ਨੂੰ ਕਰ ਦੇਵਾਂਗੇ ਕ੍ਰੈਡਿਟ
रियलाइजेशन अकाउंट हो जाएगा डेबिट। सो एंट्री विल बी रियलाइजेशन अकाउंट डेबिट टू पार्टनर्स कैपिटल अकाउंट। क्लीयर। नैक्सट एंट्री फॉर वैन लाइबिलिटीज़ आर पेड ऑफ, जो आप लाइबिलिटीज़ में पे करा कोई अनरिकॉर्डड लाइबिलिटी या कोई भी जी है होर कोई भी लाइबिलिटी हो जी आप पेमेंट करनी है, वर्कमैन कंपनसेशन की पेमेंट करनी है, ठीक है, इंप्लॉय प्रोविडेंट फंड की पेमेंट करनी है, उस केस के आप जर्नल एंट्री रिकॉर्ड करा रियलाइजेशन टू बैंक। वैन पार्टनर डिस्चार्ज एनी लाइबिलिटी, जो कोई पार्टनर कोई लाइबिलिटी डिस्चार्ज कर दिंदा अपने को कोई पेमेंट कर दिंदा, ठीक है, उस केस के उन्होंने फर्म तो रीइंबर्समेंट मिलनी है तो वो आप जर्नल एंट्री पावे रियलाइजेशन टू पार्टनर्स कैपिटल अकाउंट। ठीक है। फॉर रियलाइजेशन ऑफ एनी अनरिकॉर्डेड एसेट, जो कोई सानू अनरिकॉर्डेड एसेट कोई जो आप पहला रिकॉर्ड नहीं किया वो कोई पेमेंट रियलाइज होती है, सिंपली एंट्री विल बी बैंक अकाउंट टू रियलाइजेशन अकाउंट। सेम एंट्री फॉर अनरिकॉर्डेड एसेट, जे कोई अनरिकॉर्डेड एसेट टेकन ओवर किया पार्टनर ने, ठीक है, फिर कैश या बैंक की जगह पर रिप्लेस हो जाएगा पार्टनर्स कैपिटल अकाउंट। पार्टनर्स कैपिटल अकाउंट विल बी डेबिटेड टू रियलाइजेशन अकाउंट। क्लियर। फॉर सेटलमेंट ऑफ एनी अनरिकॉर्डेड लाइबिलिटी, जो कोई अनरिकॉर्डेड लाइबिलिटी उस केस एंट्री की पाऊगी रियलाइजेशन टू बैंक। सिंपली आप लाइबिलिटी की करांगे पेड ऑफ। अनरिकॉर्डेड लाइबिलिटी, जो कोई पार्टनर टेकन ओवर करता, मतलब कोई अनरिकॉर्डेड लाइबिलिटी जी पार्टनर पे करता, वो जर्नल एंट्री की होगी रियलाइजेशन टू पार्टनर्स कैपिटल अकाउंट। ठीक है। when the profit or loss on realization is transferred to partners capital account in their profit sharing ratio, जे रियलाइजेशन तो सानू ਜਾਂ डिसोल्यूशन ਤੇ ਜਿਹੜੇ ਵੀ ਉਹਨਾਂ ਨੇ ਐਸੈਟਸ ਲਾਇਬਿਲਿਟੀਜ਼ ਦੀ ਸੈਟਲਮੈਂਟ ਕਰਕੇ ਜੇ ਕੋਈ ਪ੍ਰੋਫਿਟ, ਠੀਕ ਹੈ, ਕੋਈ ਪ੍ਰੋਫਿਟ ਕੈਲਕੂਲੇਟ ਹੁੰਦਾ ਜਾਂ ਕੋਈ ਪ੍ਰੋਫਿਟ ਸਾਡਾ ਨਿਕਲਦਾ, ਉਸ ਕੇਸ 'ਚ ਕੀ ਐਂਟਰੀ ਪਊਗੀ ਰਿयलाइजेशन टू पार्टनर्स कैपिटल अकाउंट इन देयर प्रॉफिट शेयरिंग रेशो। सिमिलरली जो लॉस होवे फिर पार्टनर्स कैपिटल अकाउंट टू रियलाइजेशन अकाउंट। फॉर ट्रांसफरिंग एक्यूमुलेटेड प्रॉफिट्स एंड रिजर्व्स, जो प्रॉफिट एंड लॉस का कोई बैलेंस साडे कोल हैगा, कोई रिजर्व्स का बैलेंस आ, उन्होंने आप पार्टनर्स दे विच डिस्ट्रीब्यूट कर देना उन्होंने प्रॉफिट शेयरिंग रेशो। सो एंट्री विल बी एक्यूमुलेटेड प्रॉफिट्स, रिजर्व्स, ठीक है, कोई भी अनडिस्ट्रीब्यूटेड प्रॉफिट होर हैगा कोई भी, वो एंट्री पाऊगी, उन्होंने डेबिट करांगे तो कैपिटल्स अकाउंट उन्होंने क्रेडिट करांगे। नैक्सट एंट्री फॉर ट्रांसफर ऑफ फिक्टिशियस एसेट, फिक्टिशियस एसेट की आप पहला भी गल कर ली सी, वो जर्नल एंट्री आप की पावांगे पार्टनर्स कैपिटल अकाउंट टू एक्यूमुलेटेड लॉसेस और फिक्टिशियस एसेट। नैक्सट है पेमेंट ऑफ लोन्स, एनी लोन्स ड्यू टू पार्टनर आर पेड ऑफ, जे किसी पार्टनर तो आप लोन लिया होया, फर्म ने कोई भी लोन जोड़ा किसी भी पार्टनर तो लिया उन्होंने पे ऑफ करना। सो पार्टनर्स लोन अकाउंट विल बी डेबिटेड टू बैंक अकाउंट, वो लोन अकाउंट की पेमेंट हो जानी है। सैटलमेंट ऑफ कैपिटल अकाउंट्स, फिर लास्ट विच जो सारे एसेट्स सेल करते, रिजर्व्स ट्रांसफर करते, जिन्ना भी उन्होंने कैपिटल अकाउंट का बैलेंस कैलकुलेट होया वही आप उन्होंने पेमेंट देनी है या उन्होंने तो कैश रिसीव करना। सो एंट्री विल बी बैंक अकाउंट टू पार्टनर्स कैपिटल अकाउंट। ठीक है, जे उन्होंने तो आप कैश मंगवाना, ठीक है, जो उन्होंने बैलेंस कैपिटल बैलेंस नैगेटिव आ जाता फिर उन्होंने तो कैश मंगवावांगे, तो जे एक्सैस बैलेंस निकलता उस केस के पार्टनर्स कैपिटल अकाउंट आप करांगे डेबिट टू बैंक अकाउंट, उन्होंने पेमेंट करांगे, जिन्नी भी उन्होंने पेमेंट फाइनल पेमेंट बनती हुई वो पेमेंट आप उन्होंने पे ऑफ करांगे। क्लीयर। दैट्स इट विद द जर्नल एंट्रीज। नाउ आई एम टेकिंग most important cases of journal entries for explaining the concept practically. For example, the firm of RKS was dissolved on 31st March 2019. Past journal entries for the following after various assets and other cash and bank and the third party liabilities has transferred to realization account। मतलब basic entries तो पहले ही रिकॉर्ड कर चुके हैं, सिर्फ आप उन्होंने ट्रांसफरिंग की एंट्री पानी है। फर्स्ट केस किया के एग्री टू पे ऑफ हिज वाइफ्स लोन, जोड़ा वाइफ का लोन आ आर के ते एस
ठीक है के ਇਹਦੇ ਵਿੱਚੋਂ ਪਾਰਟਨਰ ਆ ਲੇਕਿਨ ਉਹਦੀ ਵਾਈਫ ਜਿਹੜੀ ਹੈਗੀ ਆ ਉਹ ਇੱਕ ਆਊਟਸਾਈਡਰ ਆ ਹੁਣ ਆਊਟਸਾਈਡਰ ਦੀ ਲਾਇਬਿਲਿਟੀ ਇੱਕ ਪਾਰਟਨਰ ਪੇ ਕਰਦਾ ਪਿਆ ਉਸ ਕੇਸ ਦੇ ਵਿੱਚ ਜਰਨਲ ਐਂਟਰੀ ਕੀ ਹੋਊਗੀ ਜਰਨਲ ਐਂਟਰੀ ਵਿਲ ਬੀ realization account debit realization account will be debited to K's capital account ਜਿਹੜੇ ਪਾਰਟਨਰ ਨੇ ਲਾਇਬਿਲਿਟੀ ਪੇ ਕੀਤੀ ਆ ਉਹਦੇ ਅਕਾਊਂਟ ਨੂੰ ਆਪਾਂ ਕਰਾਂਗੇ ਕ੍ਰੈਡਿਟ ਠੀਕ ਹੈ being firm's liability paid off by partner. Next entry total creditors of the firm were rupees 40,000 total creditors ਕਿੰਨੇ ਦੇ ਆ 40,000 ਦੇ creditors worth rupees 10,000 were given a piece of furniture costing 8,000 in full settlement 10,000 ਦੇ creditors ਦੀ ਆਪਾਂ settlement ਕਰਤੀ remaining creditors allowed at 10% discount ਹੁਣ ਇਹਦੇ ਵਿੱਚ ਕੀ ਹੈ ਦੇਖੋ total creditors ਕਿੰਨੇ ਦੇ ਆ 40,000 ਦੇ ਉਹਦੇ ਵਿੱਚੋਂ 10,000 ਦੀ ਆਪਾਂ full and final settlement ਕਰਤੀ बैलेंस कितना रह गया अपने को 30,000 इन्हों आप जी पेमेंट करनी आ ये 10% डिस्काउंट माइनस करके करांगे एंड इट विल बी 27,000 सो वी विल पास द जनरल एंट्री फॉर द पेमेंट ऑफ 27,000 रियलाइजेशन अकाउंट विल बी डेबिटेड टू बैंक अकाउंट और वी कैन यूज कैश अकाउंट 27,000 clear move on to next journal entry a machine that was not recorded in the books was taken over by K at 3,000 where is its expected value was rupees 5,000 expected value जिन्नी भी मर्जी होवे सानू ਉਹਦੇ ਨਾਲ ਕੋਈ ਲਿੰਕ ਨਹੀਂ ਸਿਰਫ ਜਿੰਨੇ ਤੇ ਉਹਨੇ ਟੇਕਨ ਓਵਰ ਕੀਤਾ ਉਹਨੇ ਦੀ ਆਪਾਂ ਜਨਰਲ ਐਂਟਰੀ ਪਾਵਾਂਗੇ ठीक है ये के ने टेकन ओवर किया सो एज पर पर्सनल अकाउंट रूल के इज रिसीवर्ड सो के इज कैपिटल अकाउंट विल बी डेबिटेड टू रियलाइजेशन अकाउंट being unrecorded asset taken over by K at the agreed value that is 3,000 next entry the firm had debit balance of 15,000 in P&L account debit balance मतलब कि बैलेंस गिवन है थानू एसेट साइड ते मतलब कि लॉस आ ते ओनू आपां ट्रांसफर करना अक्यूमुलेटेड लॉसेस नू आपां ट्रांसफर करने लई जर्नल एंट्री की रिकॉर्ड करते हुंदे आ ठीक है पार्टनर्स कैपिटल अकाउंट RKS इन्हां दे कैपिटल अकाउंट नू आपां करांगे डेबिट RKS कैपिटल अकाउंट विल बी डेबिटेड टू प्रॉफिट एंड लॉस अकाउंट प्रॉफिट एंड लॉस अकाउंट बैलेंस गिवन है 15,000 इनू करांगे क्रेडिट एंड it will be written off in their profit sharing ratio is not given so it will be treated equally hence it will be written off equally between R, K and S clear. Now move on to next case. C and D were partners in a firm sharing profits in the ratio of 3:2. 3:2 the ratio. On 28th February 2016 they dissolved the firm. तो उस केस से तुसी जनरल एंट्रीज रिकॉर्ड करनी है फर्स्ट जनरल एंट्री की है अ क्रेडिटर to for rupees 2 lakh accepted building for rupees 2,80,000 at 220 and paid the 20,000 to firm ਇਹਦੇ 'ਚ ਕੀ ਆ 2 ਲੱਖ ਦੇ ਕ੍ਰੈਡੀਟਰ ਸੀ ਉਹਨਾਂ ਨੇ 2,80,000 ਦੀ ਕੋਈ ਬਿਲਡਿੰਗ ਟੇਕਨ ਓਵਰ ਕੀਤੀ ਆ ਪਰ ਜਿਹੜੀ ਬਿਲਡਿੰਗ ਟੇਕਨ ਓਵਰ ਕੀਤੀ ਉਹਦੀ ਐਗਰੀਡ ਵੈਲਿਊ ਜਿਸ ਵੈਲਿਊ ਤੇ ਉਹਨਾਂ ਨੇ ਟੇਕਨ ਓਵਰ ਕੀਤਾ ਉਹ ਹੈਗੀ ਆ 2,20,000 ਕ੍ਰੈਡੀਟਰਸ 2 ਲੱਖ ਦੇ ਵੈਲਿਊ ਜਿਹੜੀ ਸੀਗੀ ਉਹ ਸੀਗੀ 2,20,000 ਤੇ ਉਹਦਾ ਜਿਹੜਾ ਬੈਲੈਂਸ ਨਿਕਲਿਆ 20,000 ਉਹ ਉਹਨਾਂ ਨੇ ਸਾਨੂੰ ਪੇ ਕਰਤਾ ठीक है तो इस केस ਦੇ ਵਿੱਚ ਆਪਾਂ ਜਨਰਲ ਐਂਟਰੀ ਕਿੰਨੀ ਰਿਕਾਰਡ ਕਰਾਂਗੇ ਜਿੰਨਾ ਸਾਨੂੰ ਅਮਾਉਂਟ ਰਿਸੀਵ ਹੋਇਆ ਬੈਂਕ ਅਕਾਊਂਟ ਡੈਬਿਟ ਟੂ realization account with rupees 20,000 ਦੀ ਜਨਰਲ ਐਂਟਰੀ ਰਿਕਾਰਡ ਕਰਾਂਗੇ clear move on to second entry a second creditor for rupees 75,000 accepted furniture 60,000 in full settlement
ਇਹਦੇ ਵਿੱਚ ਕੀ ਉਹਨੇ ਐਸੈਟ ਫੁੱਲ ਸੈਟਲਮੈਂਟ ਦੇ ਵਿੱਚ ਰਿਸੀਵ ਕਰ ਲਿਆ। ਜਿੱਥੇ ਫੁੱਲ ਸੈਟਲਮੈਂਟ 'ਚ ਉਹਨੇ ਐਸੈਟ ਰਿਸੀਵ ਕਰ ਲਿਆ, here no journal entry will be passed, so we will write no entry. A third creditor amounting to rupees 80,000 accepted 20,000 in cash and investment of book value of rupees 65,000 in full settlement. 65 ਨਾਲ ਉਹਨੇ ਸੈਟਲਮੈਂਟ ਕਰ ਲਿਆ ਤੇ 20,000 ਉਹਨੇ ਕੈਸ਼ ਵਿੱਚ ਰਿਸੀਵ ਕੀਤਾ। ਆਪਾਂ ਸਿਰਫ ਕਿੰਨਾ ਰਿਕਾਰਡ ਕਰਾਂਗੇ, ਜਿੰਨੇ ਦੀ ਆਪਾਂ ਉਹਨੂੰ ਪੇਮੈਂਟ ਕੀਤੀ ਹੈ, that is rupees 20,000. So journal entry will be realization account debit to bank account with the amount paid to creditor. Loss on dissolution was rupees 7,500 and we will transfer the loss to partners capital account. So the journal entry will be, there are C and D, two partners, so C's capital account will be debited, D's account will be debited to realization for transferring the loss. Realization account will be credited. Loss worth rupees 7,500 credited to realization account, and same will be posted to C and D in their profit sharing ratio, that is 3:2. So it will be 4,500 and 3,000. Clear? That's it. Thank you.